Raja, so open your books on page number 42. Page number 42, topic 2. So ਜਿਹੜਾ ਪਾਰਟ ਆਪਾਂ ਅੱਜ ਰਿਵਾਈਜ਼ ਕਰਕੇ ਆਏ ਠੀਕ ਹੈ ਜੋ ਆਪਣੇ ਨੋਟਸ ਦੇ ਵਿੱਚ ਸਟਾਰਟਿੰਗ ਦੇ ਵਿੱਚ ਹੈ ਕੰਡਕਟੈਂਸ ਮੋਲਰ ਕੰਡਕਟੈਂਸ ਸਪੈਸਿਫਿਕ ਕੰਡਕਟੈਂਸ ਠੀਕ ਹੈ ਕੁਲ ਰॉस लॉ ਤਾਂ ਸਾਰਾ ਕੁਝ ਇੱਥੇ ਹੈ ਠੀਕ ਹੈ ਨਾ मैं सुन एक बार मोटा मोटा करके आए हो कि नहीं मैंने दसो यार कौन कौन करके आया है बिल्कुल ठीक है सो रहे देखो स्टार्टिंग ਦੇ ਵਿੱਚ ਉਹ ਕੁਝ ਜਿੱਦਾਂ ਚੀਜ਼ਾਂ ਨੇ ਵੀ ਕੰਡਕਟਰਸ ਕੀ ਹੁੰਦੇ ਨੇ ਸੈਮੀ ਕੰਡਕਟਰਸ ਕੀ ਹੁੰਦੇ ਨੇ ਸੁਪਰ ਕੰਡਕਟਰਸ ਕੀ ਹੁੰਦੇ ਨੇ ਇਨਸੂਲੇਟਰਸ ਕੀ ਹੁੰਦੇ ਆ ਉਹ ਆਪਾਂ ਨੂੰ ਸਾਰਾ ਕੁਝ ਪਤਾ ਹੀ ਹੈ ਠੀਕ ਹੈ ਨਾ ਕੰਡਕਟਰਸ ਅੱਗੇ ਦੋ ਟਾਈਪ ਦੇ ਆਇਓਨਿਕ ਤੇ ਇਲੈਕਟ੍ਰੋਨਿਕ आयोनिक ਨੂੰ ਆਪਾਂ ਹੋਰ ਕੀ ਕਹਿੰਦੇ ਆ ਇਲੈਕਟ੍ਰੋਲਾਈਟਿਕ ਤੇ ਇਲੈਕਟ੍ਰੋਨਿਕ ਨੂੰ ਮੈਟੈਲਿਕ ਠੀਕ ਹੈ ਨਾ ਉਸ ਤੋਂ ਬਾਅਦ ਆਪਣਾ ਕੁਝ ਨਿਊਮੈਰੀਕਲ ਪਾਰਟ ਸ਼ੁਰੂ ਹੁੰਦਾ ਹੈ ਜਿਹੜਾ ਕਿ ਇੰਪੋਰਟੈਂਟ ਹੈ ਫਰੋਮ ਥਿਉਰੀ ਐਗਜ਼ਾਮ ਪੁਆਇੰਟ ਆਫ View ਠੀਕ ਹੈ ਨਾ ਤੁਸੀਂ ਫਿਜ਼ਿਕਸ ਦੇ ਵਿੱਚ ਸਟਾਰਟਿੰਗ ਵਿੱਚ ਪੜ੍ਹਦੇ ਹੋ r ਸੌਰੀ ਪਹਿਲਾ ਹੁੰਦਾ ਹੈ v i ਹੈ ਨਾ ਯੈਸ ਸਰ ਠੀਕ ਹੈ ਨਾ ਜੀ करंट इनटू रेजिस्टेंस इज इक्वल टू वोल्टेज है ना फिर आप पढ़ते हैं कि जेड़ा रेजिस्टेंस है दिस इज डायरेक्टली प्रोपोर्शनल टू लेंथ ऑफ द कंडक्टर इनवर्सली प्रोपोर्शनल टू एरिया ऑफ क्रॉस सेक्शन सो फार्मूला बन जाता है rho l upon a where rho is the resistivity of the conductor which depends upon the material of the conductor ठीक है ना कि कंडक्टर अपना किस तो बनया हुआ है इस दे यूनिट्स ਹੁੰਦੇ ਨੇ ਆਪਣੇ ਕੋਲ ओम और इस दे ਕੀ ਹੁੰਦੇ ਨੇ ओम मीटर या ओम सेंटीमीटर कुछ भी ठीक है फिर ਜੇ ਆਪਾਂ ਇਸ ਨੂੰ ਫਾਰਮੂਲੇ ਨੂੰ ਰਿਵਰਸ ਕਰ ਲੈਂਦੇ ਆ ਤੇ ਆਪਣੇ ਕੋਲ ਬਣ ਜਾਂਦਾ ਹੈ 1/r is equal to 1 upon rho into a/l ਇਹਦੀ ਜਗ੍ਹਾ ਤੇ ਆਪਾਂ ਲਿਖ ਲੈਂਦੇ ਆ g ਕੰਡਕਟੈਂਸ ਇਸ ਦੀ ਜਗ੍ਹਾ ਤੇ K conductivity जिसे आप प्रोनाउंस करते हैं kappa ठीक है into a/l ठीक है राजे सो अपने को फाइनली फार्मूला बन जाता है kappa is equal to conductance into l upon k सो kappa की यूनिट्स की हो गई पर ओम पर सेंटीमीटर ठीक है कंडक्टेंस की यूनिट्स की हो गई पर ओम जिसे आप और की बोल रहे हैं हाँ जी ठीक है ना साइमंस कैपिटल S ਦੇ ਨਾਲ ठीक है ਹੁਣ ਦੇਖੋ ਬੇਟੇ ਜਿਹੜਾ L/A ਹੈ this is known as cell constant ਯਾਦ ਹੈ ਕਿ ਨਹੀਂ ਠੀਕ ਹੈ ਤੇ ਆਪਾਂ ਇਹਨੂੰ ਡਿਨੋਟ ਕਰਦੇ ਹਾਂ by G star ਸੋ ਆਪਣਾ ਫਾਈਨਲ ਫਾਰਮੂਲਾ ਬਣ ਜਾਂਦਾ ਹੈ kappa is equal to G into G star cell constant ਦੇ यूनिट्स ਕੀ ਹੋ ਗਏ पर सेंटीमीटर लेंथ अपॉन एरिया डन के नहीं ठीक है ਇਹ ਇੰਪੋਰਟੈਂਟ ਹੈ ਉਸ ਤੋਂ ਬਾਅਦ ਆਪਣਾ ਨੈਕਸਟ ਫਾਰਮੂਲਾ ਹੁੰਦਾ ਹੈ ਮੋਲਰ ਕੰਡਕਟੈਂਸ ਜਾਂ ਮੋਲਰ ਕੰਡਕਟਿਵਿਟੀ 1000 into kappa by concentration in molarity ਠੀਕ ਹੈ ਡੈਫੀਨੇਸ਼ਨ ਕੀ ਹੁੰਦੀ ਹੈ ਅਗਰ ਆਪਾਂ ਕਿਸੇ ਵੀ ਇਲੈਕਟ੍ਰੋਲਾਈਟ ਦਾ 1 ਮੋਲਰ ਸੋਲੂਸ਼ਨ ਲਵਾਂਗੇ ਉਹਦੇ ਵਿੱਚ ਜਿੰਨੇ ਵੀ ਆਇਨਸ ਹੋਣਗੇ ਉਹਨਾਂ ਦੀ ਜਿੰਨੀ ਵੀ ਕੰਡਕਟੈਂਸ ਹੋਏਗੀ ਟੋਟਲ that will be known as molar conductance fine ना ठीक है सिमिलरली अगर वो सॉल्यूशन एक नॉर्मल हुंदा ਤਾਂ ਉਸ ਦੀ ਕੰਡਕਟੈਂਸ ਆਪਾਂ ਬੋਲਦੇ हैं इक्विवेलेंट कंडक्टेंस डन सो अगर ਆਪਾਂ ਕੋਈ ਵੀ ਸੋਲੂਸ਼ਨ ਇਦਾਂ ਦਾ ਲਵਾਂਗੇ ਜਿਹਦੀ ਕਨਸੈਂਟ੍ਰੇਸ਼ਨ ਇਜ਼ 1 ਨਾਰਮਲ ਜਿਹਦੀ ਨਾਰਮੈਲਿਟੀ 1 ਹੈ तो जिन्ने भी आयंस देगा उन आयंस दी सारी कंडक्टेंस जिन्नी भी आएगी दैट इज नोन एज इक्विवेलेंट कंडक्टेंस डन उस तो बाद आपने एक थ्योरेटिकल क्वेश्चन किया है एंड वेरी इंपॉर्टेंट ठीक है कि जिहड़ी कंडक्टेंस हुंदी है चाहे कंडक्टेंस कह लो चाहे मोलर कंडक्टेंस कह लो ठीक है तो इक्वल गल है ना कंडक्टेंस की है एक नॉर्मल टर्म ਜਦੋਂ ਸੋਲੂਸ਼ਨ ਦੀ ਕਨਸੈਂਟ੍ਰੇਸ਼ਨ ਇਜ਼ 1 ਮੋਲਰ ਜਾਂ 1 ਨਾਰਮਲ ਉਹ ਕੀ ਬਣ ਜਾਂਦੀ ਹੈ ਮੋਲਰ ਕੰਡਕਟੈਂਸ ਜਾਂ ਇਕੁਇਵਲੈਂਟ ਕੰਡਕਟੈਂਸ
दिस इज डायरेक्टली प्रोपोर्शनल टू वॉल्यूम। ਜੇ ਤੁਸੀਂ ਇਹਦੇ ਵਿੱਚ ਪਾਣੀ ਪਾਈ ਜਾਓਗੇ, ਸੋਲੂਸ਼ਨ ਨੂੰ ਡਾਇਲੂਟ ਕਰੀ ਜਾਓਗੇ ਤਾਂ ਕੰਡਕਟੈਂਸ ਵੱਧਦੀ ਜਾਊਗੀ। ਐਂਡ ਉਹ ਇੱਥੇ ਪਤਾ ਲੱਗ ਰਿਹਾ ਦੇਖੋ ਨਾ, ਜੇ ਮੈਂ ਇਸ ਫਾਰਮੂਲੇ ਨੂੰ ਐਕਸਪੈਂਡ ਕਰ ਲਾਂ, ਮੋਲੈਰਿਟੀ ਕੀ ਹੁੰਦੀ ਹੈ NB/V, ਤਾਂ NB V ਉੱਪਰ ਚੱਲੂਗੀ, ਸੋ ਡਾਇਰੈਕਟਲੀ ਪ੍ਰੋਪੋਰਸ਼ਨਲ ਹੋ ਗਿਆ। ਉਹ ਡਨ ਕਿ ਨਹੀਂ? ਐਂਡ ਜਿਹੜਾ ਕਾਪਾ ਹੁੰਦਾ ਹੈ that is inversely proportional to volume, ਉਹ ਵੀ ਇੱਥੇ ਪਤਾ ਲੱਗ ਰਿਹਾ ਆਪਾਂ। ਜਦੋਂ V ਇੱਥੇ ਚਲੀ ਗਈ ਤਾਂ ਇੱਧਰ ਆ ਕੇ V ਇਨਵਰਸ ਹੋ ਜੂਗੀ। ਸੋ ਅਗਰ ਤੁਸੀਂ ਸੋਲੂਸ਼ਨ ਦੇ ਵਿੱਚ ਪਾਣੀ ਪਾ ਕੇ ਉਹਨੂੰ ਡਾਇਲੂਟ ਕਰੋਗੇ, ਉਹਦੀ ਓਵਰਆਲ ਕੰਡਕਟੈਂਸ ਵਧੂਗੀ, ਠੀਕ ਹੈ, ਮਤਲਬ ਓਵਰਆਲ ਕੰਡਕਟਿਵਿਟੀ ਵਧੂਗੀ, ਜਿਹਨੂੰ ਆਪਾਂ ਕਹਿੰਦੇ ਹਾਂ ਮੋਲਰ ਕੰਡਕਟਿਵਿਟੀ, ਬਟ ਸਪੈਸਿਫਿਕ ਕੰਡਕਟਿਵਿਟੀ ਕਾਪਾ ਘਟੂਗੀ। ਡਨ? ਉਹਦਾ ਰੀਜ਼ਨ क्योंकि kappa is defined as ਜਦੋਂ ਤੁਸੀਂ ਕਾਪਾ ਨੂੰ g ਦੇ ਬਰਾਬਰ ਕਰਨਾ ਹੈ ਤਾਂ ਲੈਂਥ ਕਿੰਨੀ ਲੈਣੀ ਪਊ 1 ਸੈਂਟੀਮੀਟਰ, ਏਰੀਆ ਕਿੰਨਾ ਲੈਣਾ ਪਊ 1 ਸੈਂਟੀਮੀਟਰ ਸਕੁਆਇਰ, ਯਾਨੀ ਕਿ ਵੋਲਿਊਮ ਕਿੰਨੀ ਹੋਗੀ 1 ਸੈਂਟੀਮੀਟਰ ਕਿਊਬ। ਸੋ kappa is defined as the conductivity of all the ions present in 1 centimeter cube। ਜਦੋਂ ਤੁਸੀਂ ਪਾਣੀ ਪਾ ਦੋਗੇ ਤਾਂ ਆਇਨਸ ਦੀ ਗਿਣਤੀ ਘਟ ਜੂਗੀ, ਡਾਇਲੂਟ ਹੋ ਗਿਆ ਸੋਲੂਸ਼ਨ। ਅਗਰ ਮੇਰੇ ਕੋਲ ਆ ਇੱਕ ਬੀਕਰ ਹੈ ਤੇ ਇਹ ਇੱਥੋਂ ਤੱਕ ਭਰਿਆ ਹੋਇਆ ਹੈ ਤੇ ਆ ਸਪੋਜ਼ ਮੇਰੀ ਵੋਲਿਊਮ 1 ਸੈਂਟੀਮੀਟਰ ਕਿਊਬ ਹੈ ਤੇ ਜਿਹਦੇ ਵਿੱਚ ਮੇਰੇ ਕੋਲ 10 ਆਇਨਸ ਨੇ, ਤਾਂ ਜੇ ਮੈਂ ਪਾਣੀ ਪਾ ਕੇ ਇਹਨੂੰ ਦੁੱਗਣਾ ਕਰਤਾ ਤਾਂ ਇੱਥੇ ਕਿੰਨੇ ਰਹਿ ਗਏ 5। ਤਾਂ ਕਾਪਾ ਦੀ ਵੈਲਿਊ ਤਾਂ ਘਟ ਗਈ ਨਾ ਰਾਜੇ, ਠੀਕ ਹੈ। ਸੋ ਕਾਪਾ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਵੋਲਿਊਮ ਜਾਂ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਕਨਸੈਂਟ੍ਰੇਸ਼ਨ, ਤੇ ਕੰਡਕਟੈਂਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਵੋਲਿਊਮ ਜਾਂ ਇਨਵਰਸਲੀ ਪ੍ਰੋਪੋਰਸ਼ਨਲ ਟੂ ਕਨਸੈਂਟ੍ਰੇਸ਼ਨ। ਆਪਾਂ ਨੂੰ ਵੈਸੇ ਵੀ ਪਤਾ ਹੈ, ਆਪਾਂ ਕੀ ਕਹਿੰਦੇ ਹੁੰਦੇ ਆ, ਜਿਹੜੇ ਆਇਓਨਿਕ ਕੰਪਾਊਂਡਸ ਹੁੰਦੇ ਨੇ ਦੇ ਆਰ ਪੂਅਰ ਕੰਡਕਟਰਸ ਇਨ ਸੋਲਿਡ ਸਟੇਟ, ਬਟ ਜਿਵੇਂ ਜਿਵੇਂ ਪਾਣੀ ਪਾਈ ਜਾਂਦੇ ਹੋ ਕੰਡਕਟੈਂਸ ਵੱਧਦੀ ਜਾਂਦੀ ਹੈ। ਸੋ ਕੰਡਕਟੈਂਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਵੋਲਿਊਮ। ਇਸ ਰਿਲੇਸ਼ਨ ਨੂੰ ਫਾਈਂਡ ਆਊਟ ਕਰਨ ਲਈ ਆਪਾਂ ਇੱਕ ਇਕੁਏਸ਼ਨ ਯੂਜ਼ ਕਰਦੇ ਹਾਂ, d by Huckel-Osnager इक्वेशन, ठीक है। डी बाय हक्कल-ओसनेगर इक्वेशन की कहती है कि किसी भी गिवन कॉन्सेंट्रेशन पे, अच्छा एक चीज हो बिफोर वी डू दिस याद रखना है राजे, कंडक्टेंस ते कंडक्टिविटी दो अलग-अलग टर्म्स है, जिवें कि रेजिस्टेंस ते रेजिस्टिविटी, जिन्हों आप स्पेसिफिक रेजिस्टेंस ते स्पेसिफिक कंडक्टेंस कह दिंदे हैं। मतलब नॉर्मल कंफ्यूजन है बच्चों में, हैगी तो निक्की जी गल है, बट मैं तुहानू थ्योरी लेक्चर च पहला भी दस्सिया सी, हुण भी दस रहे हैं। कंडक्टेंस ते कंडक्टिविटी अलग-अलग चीज है, मोलर कंडक्टेंस ते मोलर कंडक्टिविटी एक ही चीज है, मतलब उत्थे कंफ्यूज होने की लोड़ नहीं। अगर मोलर कंडक्टेंस पूछी है तां भी लैम्डा एम है, अगर मोलर कंडक्टिविटी पूछी है तां भी लैम्डा एम है। जे कंडक्टेंस पूछी है तां जी है, जे कंडक्टिविटी पूछी है तां कापा, ठीक है। ते जे आपां नूं उत्थे होर कुछ भी नहीं समझ आ रहा तां की चेक कर लो, समझ गए ना। जे मोलर कंडक्टेंस या कंडक्टिविटी की गल हो रही है तो यूनिट्स होंगे सीमेन सेंटीमीटर स्क्वायर पर मोल। जे कंडक्टिविटी की गल हो रही है तो यूनिट्स की होंगे सीमेन पर सेंटीमीटर, सीमेन, समझ गए ना। मतलब यूनिट्स तो फिर अपन एंड पे दस ही देंगे भी कादी गल हो रही है, ठीक है। सो मोलर कंडक्टेंस एंड मोलर कंडक्टिविटी इको चीज होंदी है, कंडक्टेंस ते कंडक्टिविटी दो अलग-अलग चीज है, ठीक है ना। नाउ d by Huckel-Osnager इक्वेशन सेज कि लैम्डा मतलब मोलर कंडक्टेंस एट एनी गिवन कॉन्सेंट्रेशन इज इक्वल टू मोलर कंडक्टेंस एट इनफाइनाइट डाइल्यूशन माइनस a into under root of c, ठीक है। where c is the concentration, a ਉਹਦੀ मैक्सिमम वैल्यू है जो ਤੁਸੀਂ पूरी तरह डाइल्यूट करता, ठीक है ना। मैक्सिमम वैल्यू तो अपना भाव की है, इधर देखो देखो बेटे कुछ भी नहीं, इक्वेशन नु ना जब आप पढ़ते हैं उन्हों समझ के पढ़ो। लेट इट बी आ एक बीकर है, मैं दे विच नीचे प्योर NaCl ब्लॉक्स रखते, सॉलिड नमक, ठीक है। तो मैं कंडक्टिविटी चेक की थी या कंडक्टेंस चेक की थी, करम कितनी आई कंडक्टेंस
वैसे दस दे कोई भी वैल्यू हाइपोथेटिकल, कोई भी नहीं, जीरो सॉलिड स्टेट च है। आयनिक कंपाउंड्स आर पुअर कंडक्टर्स इन देयर सॉलिड स्टेट। ये क्यों सॉलिड स्टेट च आया? हाँ, क्योंकि इस टाइम कॉन्सेंट्रेशन कितनी है? इनफाइनाइट। हल तो पानी पाया ही नहीं अपने, कॉन्सेंट्रेशन फुल है, ठीक है। जो कॉन्सेंट्रेशन फुल है तो माइनस करके कितना आ गया? जीरो। कोई कंडक्टेंस नहीं है, ठीक है। हुण मैं ਇਹਦੇ ਚ पानी पाना शुरू किया, ਇਹਨੂੰ डाइल्यूट करना शुरू किया, ਜਿਹੜਾ नमक है वो खुर के दूर दूर गए सोडियम ते Cl नेगेटिव। जिवें जिवें दूर दूर गए वो कैथोड ते एनोड वाल मूव होने शुरू हो गए, कंडक्टेंस बढ़नी शुरू होगी, ठीक है। मैं पानी पाई गया, कंडक्टोमीटर की रीडिंग बढ़ती गई बढ़ती गई बढ़ती गई बढ़ती गई बढ़ती गई। एक स्टेज आई ਜਦੋਂ ਉਹ ਵਧਣੋਂ हट गई। क्यों ਵਧਣੋਂ हट गई? क्यों फुल होगी? हाँ, डाइल्यूशन फुल होगी। डाइल्यूशन फुल होने ਨਾਲ ਕੀ ਹੋ ਗਿਆ? सारे एंड्स वो तो ਹੁਣ भी टूटे हुए, देखो मैं कोई नहीं जुड़िया भाई, सारे कैथोड्स पे जाके इलेक्ट्रोड्स पे जाके फिर तो जीरो हो जाएगी, फिर फुल थोड़ी होगी। जे सारे कैथोड पे चले गए तो सारे एनोड पे चले गए, फिर तो जीरो होगी, तो खत्म हो गया कंडक्टर। सर इक्विलिब्रियम आ गया। हाँ जी, सो ਆਪਾਂ ਉਸ ਨੂੰ ਇੰਨਾ ਜ਼ਿਆਦਾ ਡਾਇਲੂਟ ਕਰ ਚੁੱਕੇ कि आयंस जिन्ना दूर हो सकते सी उन्ना दूर हो चुके। पहला कंडक्टेंस घट क्यों सी? देखो पहला कंडक्टेंस तां घट सी, ये सोडियम कैथोड वाल मूव होना शुरू हो रहा है ते क्लोरीन इधर नु मूव होनी शुरू हो रही है, बट क्यों नहीं मूव कर रही? आपस में अट्रैक्शंस है। जिवें जिवें तुसी डाइल्यूट करते जा रहे हो, एक दूसरे तो दूर होंदे जा रहे हैं, आपस की अट्रैक्शन घटती जा रही है, इधर नु मूवमेंट फास्ट होती जा रही है। एक स्टेज आई जो आपस की अट्रैक्शन की होगी जीरो, हुण तो जीरो ही हो गया। हुण जे तो बाद तुसी पानी पा भी दोगे जीरो नु होर की कर लोगे? इस टाइम ते सोडियम ते Cl नेगेटिव दी मूवमेंट इज मैक्सिमम, सो दिस इज देयर मैक्सिमम कंडक्टेंस ਜਿਹੜੀ lambda m infinity है। getting a point? इस lambda m infinity ਨੂੰ ਆਪਾਂ ਇਹ ਵੀ ਲਿਖ ਸਕਦੇ ਹਾਂ, ਇਸ lambda m infinity ਨੂੰ ਆਪਾਂ ਇਹ ਵੀ ਲਿਖ ਸਕਦੇ ਹਾਂ। मतलब ਕੀ ਹੈ? lambda m at infinite dilution ਜਾਂ zero concentration, ਗੱਲ ਤਾਂ ਇੱਕੋ ਹੀ ਹੈ। ਸੋ ਇਹ ਮੈਕਸਿਮਮ ਵੈਲਿਊ ਹੈ ਰਾਜੇ, ਤੇ ਫਿਕਸ ਹੁੰਦੀ ਹੈ ਹਰ ਇੱਕ ਸੋਲਿਊਟ ਦੀ, ਆਪਣੇ ਆਪ ਹੀ ਫਿਕਸ ਹੈ ਕਿਉਂਕਿ ਉਸ ਟਾਈਮ ਤੇ ਉਹ ਮੈਕਸਿਮਮ ਹੈ। ਜੇ ਹੁਣ ਸੋਡੀਅਮ ਕਲੋਰਾਈਡ ਆਪਾਂ ਇੱਥੇ ਲਿਆ ਕੇ ਉਹਨੂੰ ਮੈਕਸਿਮਮ ਡਾਇਲੂਟ ਕਰ ਦਈਏ, ਚਾਹੇ ਤੁਹਾਡੇ ਘਰੇ ਕਰ ਦਈਏ, ਗੱਲ ਤੇ ਕੋਈ ਉਹਦੇ ਨਾਲ ਸਪੇਸ ਦਾ ਕੋਈ ਫਰਕ ਨਹੀਂ ਪੈਣਾ। ਜਿੰਨੀ ਦੇਰ ਤੱਕ ਉਹ ਸੋਡੀਅਮ ਕਲੋਰਾਈਡ ਹੈ ਤੇ ਜਿੰਨੀ ਦੇਰ ਤੱਕ ਆਪਾਂ ਉਹਨੂੰ ਮੈਕਸਿਮਮ ਡਾਇਲੂਟ ਕਰਤਾ ਤਾਂ ਕੰਡਕਟੋਮੀਟਰ ਜਿੱਥੇ ਮਰਜ਼ੀ ਲਾ ਲਓ ਉਹਦੀ ਰੀਡਿੰਗ ਸੇਮ ਹੀ ਆਉ, ਠੀਕ ਹੈ। ਸੋ ਜਿਵੇਂ ਜਿਵੇਂ ਹੁਣ ਤੁਸੀਂ ਉਲਟਾ, ਹੁਣ ਆਪਾਂ ਉਲਟੇ ਚੱਲ ਪਏ ਤਾਂ ਅਕੋਰਡਿੰਗ ਟੂ ਡੀ ਬਾਈ ਹੱਕਲ-ਔਸਨੈਕਰ ਇਕੁਏਸ਼ਨ, ਜਿਵੇਂ ਜਿਵੇਂ ਮੈਂ ਕਨਸੈਂਟ੍ਰੇਸ਼ਨ ਵਧਾਉਂਦਾ ਜਾ ਰਿਹਾ ਹਾਂ, ठीक है, कॉन्सेंट्रेशन बढ़ती जाऊगी ते कंडक्टेंस घटती जाऊगी। तो जेड़ा अपना ग्राफ है वो कुछ ऐसा आ जाएगा। सो इधरले पासे अपन ने ले लिया C और इधर अपन ने ले ली lambda m at given concentration किसी भी, so let it be this is the maximum value, swallow तेरी स्लोप है वो किधर बराबर है? माइनस। डन, इट विल रीच अ मैक्सिमम वैल्यू ते कट दी गई। डन, दे उल्टा बनाते हैं अपन ग्राफ, ग्राफ दी एक्सट्रापोलेशन उल्टी होती है। किसी भी कॉन्सेंट्रेशन पे पहला कंडक्टेंस नोट कर ली, पानी पाई गए, रीडिंग नोट करी गए, बहुत बाद ग्राफ नु की करता खिंच के एंड तक लाए। डन, सो मैक्सिमम वैल्यू, हाँ जी राजे, हुण मैनूं ये दस दो बस डिसएडवांटेज ऑफ डी बाय हक्कल-ऑसनैकर इक्वेशन। फिर ही ਆਪਾਂ कोलरॉस लॉ ਤੇ ਪਹੁੰਚਾਂਗੇ। So D by Huckel-Osnager equation can be used only in case of strong electrolytes like HCl, NaCl वगैरह वगैरह। D by Huckel-Osnager equation cannot be used for weak electrolytes like acetic acid, क्योंकि
ਜੇ ਤੁਸੀਂ ਇਹੀ ਗ੍ਰਾਫ ਐਸੀਟਿਕ ਐਸਿਡ ਲਈ ਬਣਾਓਗੇ ਇਹ ਗ੍ਰਾਫ ਐਂ ਬਣੂਗਾ ਤੇ ਇਹਦੇ ਚ ਐਂਡ ਪੁਆਇੰਟ ਕਦੇ ਆਣਾ ਹੀ ਨਹੀਂ। ਕਿਉਂ ਨਹੀਂ ਆਣਾ ਐਂਡ ਪੁਆਇੰਟ? ਕਿਉਂਕਿ ਉਹਦੀ ਆਇਨਾਈਜੇਸ਼ਨ ਕਦੇ 100% ਹੁੰਦੀ ਨਹੀਂ। ਉਹਦਾ ਜਿਵੇਂ ਜਿਵੇਂ ਤੁਸੀਂ ਪਾਣੀ ਪਾਈ ਜਾਓਗੇ ਥੋੜਾ ਥੋੜਾ ਟੁੱਟੀ ਜਾਊਗਾ, ਕੰਡਕਟੈਂਸ ਵੱਧਦੀ ਜਾਊਗੀ, ਕਿੰਨਾ ਵੀ ਡਾਇਲੂਟ ਕਰੀ ਚੱਲੋਗੇ। ਠੀਕ ਹੈ ਨਾ, ਮੇਰੀ ਗੱਲ ਸਮਝ ਆਈ ਕਿ ਨਹੀਂ ਰਹੀ? ਠੀਕ ਹੈ, ਸੋ ਉਹ ਡਾਇਲੂਟ ਕਰਦੇ ਜਾ ਰਹੇ ਹੋ, ਐਂਡ ਪੁਆਇੰਟ ਆਊਗਾ ਨਹੀਂ। ਸੋ D by Huckel-Snyder equation cannot be used in case of weak electrolytes, it can be used only in case of strong electrolytes। ਤਾਂ ਕਰਕੇ ਜਿਹੜੀ ਆ lambda m infinity ਆਪਾਂ strong electrolytes ਦਾ extrapolate ਕਰਕੇ find out ਕਰ ਲਈ। so this lambda m infinity ਹੁਣ ਆਪਾਂ weak electrolyte ਦੀ ਕਿੱਦਾਂ find out ਕਰਾਂਗੇ? by using Colross law, indirectly by using Colross law। ਤੇ Colross law ਕੀ ਕਹਿੰਦਾ ਰਤੇ? ਸੋ ਦੇਖੋ ਇਹ ਜਿਹੜੀ ਸਟੇਟਮੈਂਟ ਤੁਹਾਨੂੰ ਮੈਂ ਸਮਝਾਈ ਹੈ ਡਾਇਲੂਟ ਕਰਕੇ, ਇਹ ਬੇਸਿਕਲੀ Colross law ਦੀ ਹੀ ਸਟੇਟਮੈਂਟ ਹੈ। Colross law ਕਹਿੰਦਾ ਕਿ at infinite dilution ਜਿਹੜੇ ਇਲੈਕਟ੍ਰੋਲਾਈਟ ਦੇ ਆਇਨਸ ਨੇ they start behaving independent of each other। ਨੈਚੁਰਲ ਹੈ, ਇੰਡੀਪੈਂਡੈਂਟ ਹੋ ਗਏ। ਸੋ ਆਪਾਂ ਨੂੰ ਹੁਣ ਕੋਈ ਮਤਲਬ ਨਹੀਂ ਕਿ ਆਪਾਂ ਕਿਹੜਾ ਇਲੈਕਟ੍ਰੋਲਾਈਟ ਲੈਤਾ ਹੈ। ਇਧਰ ਦੇਖੋ ਧਿਆਨ ਨਾਲ, ਜੇ ਮੈਂ ਤੁਹਾਨੂੰ ਕਹਾਂ ਕਿ ਲੈਂਡਾ m ਇਨਫਿਨਿਟੀ ਸੋਡੀਅਮ ਕਲੋਰਾਈਡ ਦੀ ਵੈਸੇ ਮੰਨ ਲਓ 300 ਸੀਮਨ ਸੈਂਟੀਮੀਟਰ ਸਕੁਆयर ਪਰ ਮੋਲ ਹੈ, ਵੈਸੇ ਮੰਨ ਲਓ ਹਾਈਪੋਥੈਟਿਕਲ। ਹੁਣ ਮੈਂ ਤੁਹਾਨੂੰ ਕਹਾਂ ਕਿ ਲੈਂਡਾ m ਇਨਫਿਨਿਟੀ मैं एक बीकर च कल्ला सोडियम क्लोराइड लेता है तो मैं इनफाइनाइटली डाइल्यूट करता। हुन एक बीकर च मैं कल्ला सोडियम प्लस ले लिया ते ओदे विच कंडक्टोमीटर पा के इनफाइनाइटली डाइल्यूट करके मैं कंडक्टेंस मेजर कीती, मेरे को आंसर आया 220 सोडियम प्लस दा। हुन मैं एक होर बीकर लेके ओदे विच मैं कल्ले क्लोराइड आयंस ले ले ते इनफाइनाइटली डाइल्यूट करता तो मेरे को कंडक्टेंस कितनी आऊगी? So this proves कि इनफाइनाइट डाइल्यूशन पे वो आपस में की है बिल्कुल इंडिपेंडेंट, चाहे अलग अलग ले लो चाहे इकट्ठे ले लो। ठीक है, एक और आंसर दे दो। तो जे सपोज मैं ਤੁਹਾਨੂੰ ਕਹਾਂ ਕਿ ਮੇਰੇ ਕੋਲ लैम्डा m इंफिनिटी ਤੇ H पॉजिटिव ਦੀ ਜਿਹੜੀ ਕੰਡਕਟੈਂਸ ਹੈ that is 250 ਤਾਂ लैम्डा m इंफिनिटी ਤੇ HCl ਦੀ ਕਿੰਨੀ ਹੋਊਗੀ? 350। सो ACl नेगेटिव चाहे सोडियम क्लोराइड ਦਾ चाहे HCl ਦਾ, इट डजंट मैटर। ਗੱਲ ਸਮਝ ਆਈ ਕਿ ਨਹੀਂ? ਸਰ ਜਿਵੇਂ NaCl ਦੀ ਸਟੋਇਚਿਓਮੈਟ੍ਰਿਕ ਰੇਸ਼ੀਓ ਸੇਮ ਹੁੰਦੀ ਹੈ ਤਾਂ ਜਿਹੜੇ ਡਾਈਲੂਸ਼ਨ ਹੈ ਸਰ ਉਹ ਵੀ ਤਾਂ ਸੇਮ ਹੋਣਾ ਚਾਹੀਦਾ, ਵੀ 150 ਨਹੀਂ ਹੋਣਾ ਚਾਹੀਦਾ। ਨਹੀਂ ਵੀ ਜਿਵੇਂ ਟੁੱਟੂ ਇਹਨੇ ਕਿਹਾ ਵੀ ਸਟੋਇਕਿਓਮੈਟ੍ਰਿਕ ਰੇਸ਼ੀਓ ਸੇਮ ਹੁੰਦੀ ਹੈ। ਸਰ ਜਿਵੇਂ ਬਨ ਨਹੀਂ ਕਹਿੰਦੇ ਹੁੰਦੇ ਆਪਾਂ ਵੀ ਉਹ ਨੰਬਰ ਆਫ ਆਇਨਸ ਹੈ, ਫਿਰ ਤਾਂ ਆਪਾਂ ਨੂੰ ਵੱਖਰੇ ਵੱਖਰੇ ਯਾਦ ਕਰਨ ਦੀ ਲੋੜ ਹੀ ਨਹੀਂ, ਕੱਲਾ ਸੋਡੀਅਮ ਪਲੱਸ ਯਾਦ ਕਰ ਲਿਆ। ਜੇ ਇਹਦੀ 220 ਹੈ ਤਾਂ H ਪੋਜ਼ਿਟਿਵ ਦੀ ਵੀ 220 ਹੋਣੀ ਚਾਹੀਦੀ ਹੈ ਤੇਰੇ ਅਕੋਰਡਿੰਗ, ਹੈਨਾ? ਸਾਈਜ਼ ਤੇ ਵੀ ਤਾਂ ਡਿਪੈਂਡ ਕਰੂਗਾ ਨਾ ਤੁਹਾਡੇ। ਲੀਥੀਅਮ ਪਲੱਸ सोडियम प्लस पोटेशियम प्लस रुबीडियम प्लस सीजियम प्लस इन्हां विचों सब तो ज्यादा स्विफ्ट मूवमेंट किहदी होगी? लिथियम प्लस दी। छोटा आयन है, ठीक है कि नहीं? जिवें ये तो एक वैसे भी सिंपल जिहा फंडा है, जे हुण मैं ते करण इकट्ठे भजन लग जे कौन तेज भजूगा? जे आपां उम्र दा फैक्टर छड्ड भी दईए है ना, वो तेज भजूगा। जिहड़ा बंदा पतला ते स्विफ्ट होगा, वेट घट होगा, ਉਹਦੀ मूवमेंट ज्यादा होगी, ठीक है ना? हेलो, हाँ बोलो बोलो। होगी और ऑनलाइन जा रहा है। ठीक है ना? सो सारे आयंस जे सारे आयंस दी स्टोइकियोमेट्रिक रेशियो सेम होन ते कंडक्टेंस सेम होवे फिर तो अपन चैप्टर पढ़ने की लोड़ ही नहीं,
ਫਿਰ ਉਹ numerical ਕਾਹਦੇ ਕਰਾਂਗੇ ਆਪਾਂ ਫਿਰ ਆਪਾਂ ਠੀਕ ਹੈ ਨਾ। ਸੋ ਹਰ ਇੱਕ ਆਇਨਸ ਦੀ ਕੰਡਕਟੈਂਸ ਅਲੱਗ-ਅਲੱਗ ਹੋਊਗੀ ਰਜੇ, Cl ਨੈਗੇਟਿਵ ਦੀ ਅਲੱਗ, Br ਨੈਗੇਟਿਵ ਦੀ ਅਲੱਗ ਐਂਡ ਐਟਸੈਟਰਾ। ਹਾਂਜੀ ਰਜੇ ਸਰ ਆ ਜਿਹੜੀਆਂ ਸਾਰੀਆਂ ਵੈਲਿਊਜ਼ ਐਜ਼ ਇਟ ਇਜ਼ ਆ ਨਹੀਂ ਮੈਂ ਕਿਹਾ ਹਾਈਪੋਥੈਟੀਕਲ ਦਾ ਮਤਲਬ ਕੀ ਹੁੰਦਾ, ਇਹ ਵੈਸੇ ਹੀ ਹੈ ਇਹ ਮਨਕੜੰਤ ਠੀਕ ਹੈ। ਡਨ। ਸਰ ਅਸਲ ਚ ਕਿੰਨੀ ਹੁੰਦੀ ਹਾਈਡਰੋਜਨ ਦੀ 400 ਸਮਥਿੰਗ, ਵੈਸੇ ਮੈਨੂੰ ਵੀ ਨਹੀਂ ਯਾਦ, ਸਾਨੂੰ ਠੀਕ ਹੈ। ਤਾਂ ਲੋਡ ਸਰ ਕੋਈ ਯਾਦ ਜਦੋਂ ਮੈਂ ਨਹੀਂ ਯਾਦ ਕੀਤੀ ਨਾ ਤੁਹਾਨੂੰ ਕੀ ਲੋੜ ਹੈ, ਠੀਕ ਹੈ। ਜਿਹੜੀ ਚੀਜ਼ ਦੀ ਲੋੜ ਹੋਊਗੀ ਮੈਂ ਆਪਦੇ ਆਪ ਹੀ ਦੱਸ ਦੂੰਗਾ, ਠੀਕ ਹੈ ਰਾਜੇ। ਐਂਡ ਮੋਰ ਓਵਰ ਇਹ ਵੀ ਧਿਆਨ ਚ ਰੱਖਿਓ ਕਿ ਸਾਨੂੰ ਉੱਥੇ ਆਉਣਗੀਆਂ ਵੀ ਹਾਈਪੋਥੈਟੀਕਲ ਵੈਲਿਊਜ਼, ਜਿਹੜੇ ਵੀ ਨਿਊਮੈਰੀਕਲ ਦੇ ਅੱਗੇ ਸਪੋਜ਼ ਲੱਗਿਆ ਹੋਵੇ ਨਾ ਉਹ ਹਾਈਪੋਥੈਟੀਕਲ ਵੈਲਿਊਜ਼ ਹੁੰਦੀਆਂ, ਸਮਝ ਗਏ। ਤੇ ਜੇ ਸਪੋਜ਼ ਨਿਊਮੈਰੀਕਲ ਦੇ ਅੱਗੇ ਸਪੋਜ਼ ਨਹੀਂ ਲੱਗਿਆ ਤੇ ਜੇ ਤੁਸੀਂ ਪੇਪਰ 'ਚ ਕੁਐਸਚਨ ਕਰਕੇ ਆਉਂਦੇ ਹੋ ਤੇ ਘਰੇ ਆ ਕੇ ਤੁਸੀਂ ਦੇਖਦੇ ਹੋ ਵੀ ਗੂਗਲ ਤੇ ਉਹਨਾਂ ਨੇ ਵੈਲਿਊਜ਼ ਸਹੀ ਵੈਲਿਊਜ਼ ਨਹੀਂ ਪਾਈਆਂ ਹੋਈਆਂ ਤਾਂ ਉਹ ਚੈਲੰਜੇਬਲ ਹੁੰਦਾ, ਸਮਝ ਗਏ ਨਾ। ਜਿਵੇਂ ਨਿਊਮੈਰੀਕਲ ਦੇ ਵਿੱਚ ਜੇ ਸਪੋਜ਼ ਮੂਰੇ ਨਹੀਂ ਲੱਗਿਆ ਬੁੱਕ ਦੇ ਤੇ ਜਿਹੜੀ ਉਹ ਵੈਲਿਊ ਹੋਊਗੀ ਉਹ ਨੇੜੇ ਤੇੜੇ ਹੀ ਹੋਊਗੀ, ਮਤਲਬ ਫਿਰ ਉਹ ਐਗਜ਼ੈਕਟ ਵੈਲਿਊ ਹੀ ਦੇਣੀ ਪੈਂਦੀ ਹੈ ਉਹਨਾਂ ਨੂੰ, ਸਮਝ ਗਏ। ਅਦਰਵਾਈਜ਼ ਤੁਸੀਂ ਕਦੇ ਵੀ ਦੇਖੋਗੇ ਨਿਊਮੈਰੀਕਲ ਦੇ ਅੱਗੇ ਲੱਗਿਆ ਹੁੰਦਾ ਸਪੋਜ਼ ਮੋਲਰ ਕੰਡਕਟੈਂਸ ਐਨ, ਠੀਕ ਹੈ। ਡਨ ਹੋ ਜੇ। ਸੋ ਦਿਸ ਇਜ਼ ਕੁਲਰੌਸ ਲਾਅ। ਹੁਣ ਦੇਖੋ ਆਪਾਂ ਕੁਲਰੌਸ ਲਾਅ ਨੂੰ ਕਿਵੇਂ ਯੂਜ਼ ਕਰਦੇ ਹਾਂ, ਇੱਧਰ ਦੇਖੋ ਸੋ ਵੈਰੀ ਈਜ਼ੀ ਫੰਡਾ, ਇੱਧਰ ਦੇਖੋ let it be where molar conductance at infinite dilution find out करनी है acetic acid दी, है ना। we know कि it is made up of acetate and H positive, ठीक है कि नहीं। सो ਹੁਣ ਦੇਖੋ ਮੈਨੂੰ ਪਤਾ ਹੈ ਕਿ ਆਹ ਸੀਨ ਤਾਂ ਕਦੇ ਆਉਣ ਹੀ ਨਹੀਂ ਲੱਗਿਆ ਕਿ ਇਹ ਪੂਰੀ ਤਰ੍ਹਾਂ ਬ੍ਰੇਕ ਡਾਊਨ ਹੋ ਗਿਆ, ਤਾਂ ਮੇਰੇ ਕੋਲ ਇਹਦੀ ਮੋਲਰ ਕੰਡਕਟੈਂਸ ਇਨਫਾਈਨਾਈਟ ਡਾਇਲੂਸ਼ਨ ਫਾਈਂਡ ਆਊਟ ਕਰਨ ਦੇ ਦੋ ਤਰੀਕੇ ਹੈ, ਇੱਕ ਸੌਖਾ ਇੱਕ ਔਖਾ। ਪਹਿਲਾਂ ਤੁਸੀਂ ਸੌਖਾ ਵਾਲਾ ਦੱਸ ਦਿਓ। ਗੂਗਲ ਤੇ ਸਰਚ ਕਰੋ ਕਿ ਐਸੀਟੇਟ ਦੀ ਕਿੰਨੀ ਹੁੰਦੀ ਹੈ, H ਪੋਜ਼ਿਟਿਵ ਦੀ ਕਿੰਨੀ ਹੁੰਦੀ ਹੈ, ਐਡ ਕਰ ਦਿਓ। ਇੰਡੀਪੈਂਡੈਂਟ ਆ ਦੋਨੋਂ ਆਇਨਸ, ਠੀਕ ਹੈ ਨਾ। ਸੋ ਜੇ ਮੈਨੂੰ ਐਸੀਟੇਟ ਨਹੀਂ, ਇਦਾਂ ਦੇ ਕੁਐਸਚਨ ਆਣਗੇ ਪੇਪਰ 'ਚ ਜਾਲੀ ਦੇ, ਠੀਕ ਹੈ। ਗੂਗਲ ਤੇ ਦੇਖਣ ਦੇ ਦਾ ਸਪੋਜ਼ ਕਰਨ ਨੂੰ ਕਹਿੰਦੇ ਨੇ ਬੱਚਾ ਹੈ ਉਹ ਮਾਫ ਕਰ ਦੇ, ਸੀਰੀਅਸਲੀ ਲੈਦਾ ਹੁੰਦਾ ਆਗੇ, ਠੀਕ ਹੈ ਨਾ। ਦੇ ਇਦਾਂ ਦੇ ਜਾਲੀ ਦੇ ਕੁਐਸਚਨਸ ਆਪਾਂ ਨੂੰ ਆਣਗੇ ਕਿ ਉੱਥੇ ਦਿੱਤਾ ਹੋਇਆ ਹੋਊਗਾ ਕਿ iodide ion ਦੀ molar conductance at infinite dilution suppose 36 ਹੈ and calcium ion ਦੀ suppose 100 ਹੈ, ਤਾਂ ਦੱਸੋ calcium iodide ਦੀ infinite dilution ਤੇ molar conductance ਕਿੰਨੀ ਹੋਊਗੀ ਪਾਰਿਸ਼? 136। ਹਾਂਜੀ ਜਸ਼ਨ ਕਿੰਨੀ ਹੋਊਗੀ? ਇੱਕ ਮਿੰਟ, 100 ਚੋਂ 36 ਮਾਈਨਸ ਕਰ ਦਾਂਗੇ ਆਪਾਂ, ਕਿਉਂ ਉਹਦੇ ਆਏ ਮੇਰੇ ਰੱਬਾ कितनी होगी मोल? 172 क्योंकि calcium iodide is made up of two iodide ions। अरे भाई जल्दी ये क्वेश्चन गूगल पे सर्च करके करोगे ठीक है। कैल्शियम आयंस, एक कैल्शियम आयन है, कैल्शियम आयोडाइड दो आयोडाइड ने, तो एक आयोडाइड ਦੀ ਆਪਾਂ ਨੂੰ ਮੋਲਰ ਕੰਡਕਟੈਂਸ ਦਿੱਤੀ ਹੈ, ਤਾਂ ਉਹਨੂੰ ਡਬਲ ਕਰਕੇ 72 72 100 172 ਦਾ ਆਨਸਰ ਆ ਗਿਆ, ਠੀਕ ਹੈ। ਸੋ ਇੱਕ ਤਾਂ ਇਹ ਤਰੀਕਾ ਹੈ ਕਿ ਆਪਾਂ ਨੂੰ ਦੋਨੋਂ ਆਇਨਸ ਦੀ ਅਲੱਗ-ਅਲੱਗ ਮੋਲਰ ਕੰਡਕਟੈਂਸ ਪਤਾ ਹੈ ਤੇ ਆਪਾਂ ਨੇ ਐਡ ਕਰ ਲਿਆ। ਦੂਸਰਾ ਇਨਡਾਇਰੈਕਟ ਵੇ ਆਊਟ ਕਿ ਆਪਾਂ ਕੀ ਕਰੋ, ਤਿੰਨ ਸਟਰੋਂਗ ਇਲੈਕਟ੍ਰੋਲਾਈਟਸ ਲਓ। ਪਹਿਲਾ ਸਟਰੋਂਗ ਇਲੈਕਟ੍ਰੋਲਾਈਟ ਜਿਹਦੇ ਵਿੱਚ ਐਸੀਟੇਟ ਹੋਵੇ, ਡਨ। ਇਹ ਤਾਂ ਸਟਰੋਂਗ ਇਲੈਕਟ੍ਰੋਲਾਈਟ ਹੈ। ਤੁਸੀਂ ਇੱਕ ਬੀਕਰ ਲਓਗੇ, ਉਹਦੇ ਚ ਕੰਡਕਟੋਮੀਟਰ ਡਿਪ ਕਰੋਗੇ, ਉਹਨੂੰ ਡਾਇਲੂਟ ਕਰੀ ਜਾਓਗੇ, ਐਟ ਤੇ ਵੈਲਿਊ ਆ ਜਾਊਗੀ ਜਦੋਂ ਵਧਣੋਂ ਹਟ ਗਿਆ, ਠੀਕ ਹੈ। ਇੱਕ ਹੋਰ ਸਟਰੋਂਗ ਇਲੈਕਟ੍ਰੋਲਾਈਟ ਲਓਗੇ ਲਾਈਕ HCl, ਦੋਨਾਂ ਨੂੰ ਐਡ ਕਰ ਦੋਗੇ, ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਲ ਸੋਡੀਅਮ ਤੇ ਕਲੋਰੀਨ ਐਕਸਟਰਾ ਆ ਗਏ, ਉਹ ਵੀ ਇੱਕ ਸਟਰੋਂਗ ਇਲੈਕਟ੍ਰੋਲਾਈਟ ਹੈ। ਇੱਕ ਹੋਰ ਬੀਕਰ ਚ ਸੋਡੀਅਮ ਕਲੋਰਾਈਡ ਲਓ, ਉਸ ਦੀ ਮੋਲਰ ਕੰਡਕਟੈਂਸ ਇਨਫਾਈਨਾਈਟ ਡਾਇਲੂਸ਼ਨ ਤੱਕ ਕੈਲਕੂਲੇਟ ਕਰੋ ਤੇ ਉਸ ਨੂੰ ਸਬਟ੍ਰੈਕਟ ਕਰ ਦਿਓ। ਸੋ ਦਿਸ ਇਜ਼ योर ਇਨਡਾਇਰੈਕਟ ਮੈਥਡ।
एंड डन। इजी है कि नहीं? ठीक है। नाउ कुलरॉस लॉ दी अपने कोल मेजर यही एप्लीकेशन है कि इट इज यूज्ड टू फाइंड आउट द मोलर कंडक्टेंस एट इनफाइनाइट डाइल्यूशन फॉर वीक इलेक्ट्रोलाइट्स। दूसरा ਆਪਾਂ ਕਿਸੇ ਵੀ ਸਟੇਜ ਤੇ ਜੇ ਆਪਾਂ ਨੂੰ ਹੁਣ ਦੇਖੋ ਪਤਾ ਹੈ, ਦੇਖੋ ਰਾਜੇ ਐਸਿਟਿਕ ਐਸਿਡ ਦੀ ਮੋਲਰ ਕੰਡਕਟੈਂਸ ਐਟ ਇਨਫਾਈਨਾਈਟ ਡਾਈਲੂਸ਼ਨ ਆਪਾਂ ਨੇ ਫਾਈਂਡ ਆਊਟ ਕਰ ਲਈ ਵੀ ਮੈਕਸਿਮਮ ਵੈਲਿਊ ਇਹਦੀ ਇੰਨੀ ਹੈ। ਹੁਣ ਮੈਂ ਤੁਹਾਨੂੰ ਕਿਹਾ ਕਿ ਕਿਸੇ ਵੀ ਗਿਵਨ ਕਨਸੈਂਟ੍ਰੇਸ਼ਨ ਤੇ ਲੈਟ ਇਟ ਬੀ ਆ ਕੈਲਕੂਲੇਟ ਕਰਕੇ ਮੇਰੇ ਕੋਲ ਆ ਗਈ 380। ਕਿਸੇ ਵੀ ਗਿਵਨ ਕਨਸੈਂਟ੍ਰੇਸ਼ਨ ਤੇ ਇਸ ਦੇ ਸੋਲੂਸ਼ਨ ਦੀ ਮੋਲਰ ਕੰਡਕਟੈਂਸ ਇਜ਼ 120। दसो इस टाइम में कितने परसेंट आयोनाइज्ड है? तो डिग्री ऑफ आयोनाइजेशन इज इक्वल टू 120 बटा 380। मोलर कंडक्टेंस एट गिवन कंसंट्रेशन अपॉन मोलर कंडक्टेंस एट इनफाइनाइट डाइल्यूशन। ठीक है। तो आप +1 का फार्मूला यूज करके आयोनाइजेशन कांस्टेंट भी कैलकुलेट कर सकते हैं। आयोनाइजेशन कांस्टेंट फॉर अ वीक एसिड इज इक्वल टू C∝² अपॉन, सो अपन को कंडक्टेंस दी हुई है, सॉरी कंसंट्रेशन दी हुई है, अल्फा उसे फाइंड आउट कर डन। सो दिस इज अबाउट कुलरॉस लॉ। इतना क्वेश्चन सुन मैं क्या सी पढ़ के आंसर करो। ठीक है रवि, ओपन योर बुक्स ऑन पेज नंबर 42। करना ने पढ़ के आया करो ताकि अपन को ए टाइम ना इथे लगाना पवे, सिर्फ डाउट्स पूछया करो। चलो question number 1, express the relation among the conductivity of a solution, cell constant and resistance। हो जाएगा होने है conductivity is kappa is equal to G into G star, बस G नु 1/R पुट कर दियो और resistance हो जाएगा। हो गया। what is meant by limiting molar conductivity? केड़ी हुंदी है? infinite dilution वाली। limiting मतलब maximum। ठीक है। explain with the graph। हाँ जी रदे, D by Huckel-Osnacker equation। देखो the variation of molar conductivity of a strong electrolyte with dilution। हो गया। उन्हें ਆਪਾਂ ग्राफ किया भी है। 4 आ गया राजे क्वेश्चन, देखो वो है वही क्वेश्चन आ गया। ठीक है। कैलकुलेट द डिग्री ऑफ डिसोसिएशन ऑफ एसिटिक एसिड इफ इट्स मोलर कंडक्टिविटी इज 39.05। ठीक है। हुन देखो पहला ਆਪਾਂ ਇਹਦੀ मैक्सिमम मोलर कंडक्टिविटी कटांगे, कितनी आऊगी? नीचे ਜਿਹੜੀਆਂ दो ਦਿੱਤੀਆਂ ਉਹਨਾਂ ਨੂੰ ਐਡ ਕਰ ਦੋ, ਨਿਕਲੇ ਹੀ ਨਾ। 40 प्लस 349 करके कितना आ जाएगा? 389, मतलब 390 समथिंग। सो ਜਿਹੜੀ ਉੱਪਰ ਹੈ 39.05 ਉਹਨੂੰ ਉਹਦੇ ਨਾਲ ਡਿਵਾਈਡ ਕਰਨਾ ਤੇ अल्फा 0.1 आंसर आ गया। ठीक है। हो गया कि नहीं? सॉल्व करांगे ना। चलो स्टेट कुलरॉस लॉ हो गया। अगला पार्ट देखो, व्हाई डज द कंडक्टिविटी ऑफ अ सॉल्यूशन डिक्रीज विद डाइल्यूशन? हाँ लो एक्सप्लेन हो गया। जशन की लिखा मैं आंसर नंबर ऑफ आयंस पर यूनिट वॉल्यूम डिक्रीज हो जाएगा तो कंडक्टिविटी। हाँ ठीक है ना। इस तो पहला बस एक लाइन ऐड कर दी कि कंडक्टिविटी इज डिफाइंड एज द कंडक्टेंस ऑफ आयंस प्रेजेंट इन 1 centimeter cube of the solution since the number of ions per centimeter cube decreases with dilution, ता करके वो डिक्रीज कर। ठीक है। हाँ जी। क्वेश्चन नंबर 6, द कंडक्टिविटी ऑफ 0 पॉइंट आ रहा अगला फार्मूला आ गया डिसोसिएशन कांस्टेंट वाला। देखो हुन क्वेश्चन नंबर 4 ते 6 ਨੂੰ ਕੰਬਾਈਨ ਕਰੋ। इधर देखो ਆਪਾਂ ਨੂੰ ਉਹ ਕਹਿ ਰਹੇ ਨੇ, देखो दे क्वेश्चन नंबर 6 में कर रहे हैं concentration is 0.001 molar ਤੇ ਆਪਾਂ ਨੂੰ 4 into 10 raised -5 कंडक्टिविटी है सीमेन पर सेंटीमीटर। तो कहते कि डिसोसिएशन कांस्टेंट Ka कैलकुलेट करो if the molar conductivity at infinite dilution सोनू दी हुई है कितनी? 390 सीमेन सेंटीमीटर स्क्वायर पर मोल। हो जाएगा ना क्वेश्चन। सो देखो पहला ਆਪਾਂ ਇਸ ਦੀ लैम्डा m फाइंड आउट करांगे 1000 into kappa by
मोलैरिटी। लैम्डा एम आ गया कि नहीं? और ठीक है, जितना लैम्डा एम एक कैलकुलेट चलो हो ही गया था वैसे, अब ऊपर जाके हो गया 10 रेज़ -2 -2 का 10 आ गया 40 40 आ गया लैम्डा एम, बस वो 0.1 आंसर आ गया लगभग, मतलब 0.09। सो अपने को अल्फा आ गई 40/390। फिर आप के ए फाइंड आउट करना है, सी अल्फा आपने फाइंड आउट कर लिया, सी अल्फा स्क्वायर अपॉन 1 माइनस हो गया, हो जाएगा। वैसे ये एनी कैलकुलेशन है दिंदे नहीं हुंदे, जिथे 40 है तो 39 होना चाहिए सी लॉजिकली, नॉर्मली कैलकुलेशन इतना ही हुंदी है 39/390 0.1 आ गया, ताकि कैलकुलेशन करनी सौखी हो जाए, ठीक है ना। अदर वे सो एक्सप्रेस द रिलेशन अमंग सेल कांस्टेंट वगैरह हो जाएगा उन्हें। क्वेश्चन नंबर 8 देखो, द मोलर कंडक्टिविटी ऑफ 1.5 मोलर, सो सी दी वैल्यू आ गई, is found to be n, lambda m दी वैल्यू आ गई, कैलकुलेट द कंडक्टिविटी, सीधा फार्मूला लगाना है, lambda m is equal to 1000 into kappa by molarity, kappa दी वैल्यू फाइंड आउट करनी है, हो गया। अगेन कोलरॉस लॉ पे क्वेश्चन है, अगेन रजे d by हक्कलॉस नेगेटिव का क्वेश्चन है 10, ठीक है। नाउ कम ऑन टू 11th क्वेश्चन, कंडक्टिविटी ऑफ मोलैरिटी गिवन है ते kappa गिवन है, सेम क्वेश्चन है जेड़ा 6वां सॉल्व कीता, डिटो हो जाएगा। हाँ जी, कम ऑन टू क्वेश्चन नंबर 13। मैं इस क्वेश्चन की तो गल कर रहा सी जी अपने कैल्शियम आयोडाइड वाला कीता सी। सो देखो वो कह रहे ने कि लैम्डा एम एट इनफाइनाइट डाइल्यूशन फॉर एल्यूमिनियम सल्फेट is given to be 858. The lambda m at infinite dilution for sulfate अपन को given है 160. The lambda m at infinite dilution aluminium 3 plus का calculate करना है, हो जाएगा। चलो without the use of the pen calculate करो, मतलब कैलकुलेटर भी नहीं यूज करना, ठीक है। देखिए जरा 16 की 48 480 हो गया, सल्फेट 858 माइनस 480 कितना आ गया, 378 आ गया, ठीक है। 378 डिवाइड बाय 2 190 आंसर आ गया, ठीक है। चेक कर लो 858 माइनस 480 500 तो गए 378, हाँ 378 डिवाइड बाय 2 190 नहीं 139, ठीक है 139 आंसर आ गया। नहीं 378 डिवाइड करना है, डिवाइड बाय 2, एक मिनट रुको, कितना होगा 380 डिवाइड बाय 2 140 नहीं यार 189, ठीक है। आगे देख, हाँ जी, नाउ दिस इज वेरी इंपॉर्टेंट रजे, ये लेंथीएस्ट क्वेश्चन है इस पार्ट चो, मतलब आप क्वेश्चन सॉल्व करके सारे फार्मूले रिवाइज हो जाते हैं। क्वेश्चन नंबर 14 आगे बढ़ो, देखो ਇਹਦੇ ਚ मतलब रोल आऊगा बेसिकली सेल कांस्टेंट ਦਾ, ठीक है। सो तो देखो क्वेश्चन नंबर 14, when a certain conductance cell was filled with 0.1 molar KCl, it has a resistance of ਹੁਣ देखो वो कहते कि ਉਸੇ ਸੈੱਲ ਦੇ ਵਿੱਚ ਹੁਣ ਆਪਾਂ ਨੇ ਪਾਇਆ 0.05 ਮੋਲਰ ਕਿਸੇ ਹੋਰ ਇਲੈਕਟ੍ਰੋਲਾਈਟ ਦਾ, the resistance was, calculate the molar conductance of the electrolyte, lambda m ਤੁਸੀਂ find out करना है,
गिवन की है स्पेसिफिक कंडक्टेंस ऑफ KCl 1.29 into 10 raised minus 2। ठीक है ना देख, हाँ जी ठीक है। एक क्वेश्चन है देखो ਹੁਣ देखो इस क्वेश्चन ਨੂੰ ਆਪਾਂ ਕਿਵੇਂ ਸੋਲਵ ਕਰਨਾ ਹੈ, ਬਸ ਦੋ ਵਾਰ ਸੋਲਵ ਕਰਨਾ ਪਊਗਾ। ਪਹਿਲਾਂ ਇੱਥੇ ਆਪਾਂ ਫਾਰਮੂਲਾ ਲਗਾਵਾਂਗੇ kappa is equal to G into G star। देखो kappa given है, G आ गया 1 by R, G star फाइंड आउट हो गया। ठीक है, सेल कांस्टेंट है, लेंथ ਤੇ ਏਰੀਆ ਸੇਮ ਰਹੂਗਾ ਕਿਉਂਕਿ ਆਪਾਂ ਨੇ ਉਸੇ ਸੈੱਲ ਨੂੰ ਦੁਬਾਰਾ ਫਿਲ ਕੀਤਾ ਹੈ, ਸੋ ਇਧਰ G star ਆ ਗਿਆ। ਸੋ ਇਸ ਦਾ kappa ਆਪਾਂ ਫਾਈਂਡ ਆਊਟ ਕਰਾਂਗੇ G into G ਆਪਾਂ ਨੂੰ ਗਿਵਨ ਹੈ 1 by R, G star ਆਪਾਂ ਨੇ ਫਾਈਂਡ ਆਊਟ ਕਰ ਲਿਆ 96 है 96 ठीक है। G into G star होके kappa आ गया, उसके बाद lambda m is equal to 1000 into kappa by 0.052। ठीक है, मतलब बेसिकली इस क्वेश्चन ਦੇ ਵਿੱਚ ਸਾਰੇ ਫਾਰਮੂਲੇ ਕਵਰ ਹੋ ਜਾਂਦੇ ਆ ਐਂਡ ਇੰਪੋਰਟੈਂਟ ਹੈ क्वेश्चन। क्वेश्चन नंबर 20 ਤੁਸੀਂ ਫਿਲਹਾਲ ਲੀਵ ਕਰ ਸਕਦੇ ਹੋ ਕਿਉਂਕਿ 20 ਨॉन ਸਟਿਕ क्वेश्चन ਨਾਲ ਰਿਲੇਟਡ ਹੈ, ਉਹ ਅਗਲੇ ਟੌਪਿਕ ਚ ਆ ਹੀ ਜਾਊਗਾ। ਠੀਕ ਹੈ, ਉਸ ਤੋਂ ਪਹਿਲਾਂ 15 the electrical resistance of a column of 0.05 molar NaOH। so ਇਹ concentration ਆ ਗਈ ਅਲੱਗ ਦੇ। so another type ਇੱਥੇ ਆਪਾਂ ਨੂੰ diameter ਤੇ length given ਹੈ। so diameter ਤੇ length ਤੋਂ ਆਪਣੇ ਕੋਲੇ ਕੀ ਆ ਜਾਊਗਾ L by A। L by A ਆਪਣੇ ਕੋਲ ਆ ਗਿਆ ਤੇ ਉਹਦੇ ਨਾਲ ਪਹਿਲਾਂ ਆਪਾਂ ਕੀ ਕੱਢਾਂਗੇ G star। ਹਾਂ ਆਫ ਕੋਰਸ, ਹਾਂ रेजिस्ट खोर तक ਦਿੱਤਾ नहीं। अच्छा हाँ, रेजिस्टेंस गिवन है, R ਤਾਂ गिवन ही है ना, तो पहला रेजिस्टिविटी भी आ गई, रेजिस्टिविटी ਦਾ उल्टा कंडक्टिविटी आ गई। ਜਦੋਂ kappa आ गया फिर 1000 into kappa by molarity। डन। 16th कैलकुलेट द डिग्री ऑफ डिसोसिएशन हो चुका रहे। कम ऑन टू क्वेश्चन नंबर लास्ट 21। define molar conductivity of a solution and explain how it changes with change in concentration। हो गया रहे D by Huckel-Osnacker equation again। ठीक है, देखो रहे ਉੱਥੇ ਚਾਹੇ ਤੁਸੀਂ ਜਿੰਨਾ ਮਰਜ਼ੀ ਐਕਸਪਲੇਨ ਕਰ ਲਓ। देखो जो क्वेश्चन उन्होंने आया कहना भी एक्सप्लेन, ਜੇ ਤਾਂ ਹੁਣ ਇਹੀ क्वेश्चन ਆਇਆ ਹੁੰਦਾ how does it vary with concentration, ਆਪਾਂ ਸਿੰਪਲੀ ਲਿਖ ਸਕਦੇ ਸੀ ਇਨਵਰਸਲੀ ਪ੍ਰੋਪੋਰਸ਼ਨਲ। ਠੀਕ ਹੈ, ਤੇ ਉਹਦਾ ਰੀਜ਼ਨ ਕੀ ਹੈ ਕਿ ਆਪਸ ਦੀਆਂ ਫੋਰਸਸ ਬਚ ਜਾਣਗੀਆਂ ਜੇ ਕਨਸੈਂਟ੍ਰੇਸ਼ਨ ਵੱਧ ਗਈ ਹੈ ਨਾ। ਜਦੋਂ ਉਹਨਾਂ ਨੇ ਲਿਖਿਆ ਐਕਸਪਲੇਨ ਤਾਂ ਆਪਾਂ ਨੂੰ ਲਿਖਣਾ ਪਊਗਾ ਕਿ the variation of molar conductivity with concentration can be explained with the help of D by Huckel-Osnacker equation। फिर अपन इक्वेशन लिख के ग्राफ बना के एक्सप्लेन करना। नेक्स्ट क्वेश्चन इज द रेजिस्टेंस ऑफ अ कंडक्टिविटी सेल। अपन को कंसंट्रेशन देती ते R देता। व्हाट इज द सेल कांस्टेंट if the conductivity of 0.001 molar अपन को कंडक्टिविटी दी देती। सारा कुछ ही हो गया। ठीक है, रेजिस्टेंस देता, कंडक्टिविटी देती, सो अब फार्मूला लगावांगे K is equal to G into G star। ठीक है, G अपन ने करना की है सेल कांस्टेंट, K गिवन है, G किथों आ जाएगा रेजिस्टेंस दा उल्टा। सो इजी। ठीक है, नाउ ਹੁਣ ਤੁਸੀਂ ਘਰ ਜਾ ਕੇ ਜੇ ਇਹ ਕੁਐਸਚਨਸ ਇੱਕ ਵਾਰ ਆਪਦੇ ਵੱਲੋਂ ਵੀ ਕਰਕੇ ਦੇਖ ਲਿਓ। ਜੇ ਕੋਈ ਡਾਊਟ ਹੈ ਆਪਾਂ ਇੱਥੇ ਡਿਸਕਸ ਕਰ ਲਾਂਗੇ। ਉਸ ਤੋਂ ਬਾਅਦ ਤੁਸੀਂ ਜਿਹੜਾ ਪੋਰਸ਼ਨ ਕਰਨਾ ਹੈ ਨੋਟਸ ਨੂੰ ਕੰਟੀਨਿਊ ਕਰਿਓ। ਠੀਕ ਹੈ, ਤੇ ਤੁਸੀਂ ਕੰਟੀਨਿਊ ਕਰਨਾ ਹੈ ਟਿਲ ਨॉन ਸਟਿਕ ਕੁਐਸਚਨ। ਨੋਟਸ ਚੋਂ ਮੈਂ ਲਿਓ। सो पेज नंबर 8 तक ये सीगा, उस तो बाद 9 तो स्टार्ट करके ਉਹਦੇ ਵਿੱਚ ਕੀ ਕੁਝ ਆ ਜਾਊਗਾ ਦੇਖੋ ਇਲੈਕਟ੍ਰੋਕੈਮੀਕਲ ਸੈਲਸ ਵਗੈरह, फिर ਉਹਦੀ वर्किंग। ठीक है, फिर उस तो बाद स्टैंडर्ड हाइड्रोजन इलेक्ट्रोड। ठीक है, इलेक्ट्रोकेमिकल सीरीज ते उसकी एप्लीकेशंस। फिर आ गई नॉन स्टिक क्वेश्चन, वेरी इंपॉर्टेंट। मतलब नॉन स्टिक क्वेश्चन जिवें सॉलिड स्टेट दा डेंसिटी दा न्यूमेरिकल है,
कंफर्म द न्यूमेरिकल आउटकम, ठीक है। सो यू हैव टू कम प्रिपेयर्ड टिल पेज नंबर 2020, ठीक है। इस तो अगे आप कंटिन्यू करेंगे। थैंक यू।